2022 च होनियां ने। बहुत सारिया पोलीटिकल पार्टियां ने चोण कंपेन 10 महीने पहले शुरू कर ली हुई है। ਉਹਦੇ ਨਾਲ ਥਾਂ ਅਣਸੁਖਾਵੀਆਂ ਘਟਨਾ ਵਾਪਰਨ ਲੱਗੀਆਂ ਤੇ ਅਸੀਂ ਅੱਜ ਇੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸੱਦਿਆ ਇਹ ਜਾਣਨ ਲਈ ਵੀ ਹਮੇਸ਼ਾ ਜਿਸ ਤਰ੍ਹਾਂ ਦਾ ਹੁਣ ਤੱਕ ਪ੍ਰੋਸੈਸ ਰਿਹਾ ਜਦੋਂ ਇਲੈਕਸ਼ਨ ਕਮਿਸ਼ਨ ਚੋਣ ਡਿਕਲੇਅਰ ਕਰਦਾ ਹੈ ਉਹਦੇ ਬਾਅਦ ਉਹਦੇ 10 ਦਿਨ 5 ਦਿਨ ਅੱਗੇ ਪਿੱਛੇ ਕੰਪੇਨ ਸ਼ੁਰੂ ਹੋਇਆ ਕਰਦੀ ਹੈ। ਇਸ ਵਾਰੀ ਤੁਸੀਂ 10 ਮਹੀਨੇ ਪਹਿਲਾਂ ਸ਼ੁਰੂ ਕਰ ਲਈ। ਲੋਕਾਂ ਦਾ ਧਿਆਨ ਕਿਸਾਨਾਂ ਦੇ ਮੋਰਚੇ ਵਿੱਚ ਲੱਗਿਆ ਹੈ, ਮਾਨਸਿਕ ਤੌਰ ਤੇ ਉਧਰ ਜੁੜੇ ਹੋਏ ਨੇ। ਫਿਰ ਹਰ ਰੋਜ਼ ਕਦੇ ਕਿਸੇ ਪਿੰਡ 'ਚ ਕਦੇ ਕਿਸੇ ਥਾਂ ਇਹਨਾਂ ਨੂੰ ਘੇਰ ਕੇ ਸਵਾਲ ਕਰਨ ਦੇ ਨਾਂ ਤੇ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ। ਪੰਜਾਬ 'ਚ ਸ਼ਾਂਤਮਈ ਮਾਹੌਲ ਰਹਿਣਾ ਚਾਹੀਦਾ ਹੈ। ਮੋਰਚੇ ਦੇ ਹੱਕ ਵਿੱਚ ਕਿਸਾਨਾਂ ਲਈ ਸ਼ਾਂਤਮਈ ਮਾਹੌਲ ਰਹਿਣਾ ਬਹੁਤ ਜ਼ਰੂਰੀ ਹੈ। ਜੇ ਇੱਥੇ ਸ਼ਾਂਤੀ ਨਾ ਰਹੀ ਇਹ ਮੋਰਚੇ ਦੇ ਵਿਰੁੱਧ ਜਾਏਗੀ। ਇਸ ਲਈ ਸਾਰੀਆਂ ਪਾਰਟੀਆਂ ਦੀ ਰਾਏ ਲੈਣ ਵਾਸਤੇ ਅੱਜ ਸਭ ਨੂੰ ਸੱਦਾ ਦਿੱਤਾ ਸੀ। ਸਿਰਫ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋ ਪਾਰਟੀਆਂ ਨੇ ਕਲੀਅਰ ਰਾਏ ਨਹੀਂ ਦਿੱਤੀ। ਉਹ ਇਹ ਕਹਿ ਕੇ ਗਏ ਵੀ ਅਸੀਂ ਆਪਣੀ ਲੀਡਰਸ਼ਿਪ ਨਾਲ ਗੱਲ ਕਰਾਂਗੇ। ਬਾਕੀ ਸਾਰੀਆਂ ਪਾਰਟੀਆਂ ਨੇ ਕਿਹਾ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਜਦੋਂ ਚੋਣਾਂ ਡਿਕਲੇਅਰ ਹੋਣ ਉਦੋਂ ਚੋਣ ਮੁਹਿੰਮ ਸ਼ੁਰੂ ਕੀਤੀ ਜਾਏ। ਸਿਰਫ ਦੋ ਪਾਰਟੀਆਂ ਤੋਂ ਬਗੈਰ ਅਸੀਂ ਫੈਸਲਾ ਕੀਤਾ ਔਰ ਸਾਰੇ ਆਪਣੇ ਕੇਡਰ ਨੂੰ ਵਰਕਰਾਂ ਨੂੰ ਬੇਨਤੀ ਕਰਦੇ ਹਾਂ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਪੋਲੀਟੀਕਲ ਲੀਡਰ ਨੂੰ ਜੇ ਕਿਸੇ ਸਮਾਜਿਕ ਫੰਕਸ਼ਨ 'ਚ ਜਾਂਦਾ ਉਹਨੂੰ ਬਿਲਕੁਲ ਨਾ ਘੇਰਿਆ ਜਾਏ, ਉਹਨੂੰ ਕੋਈ ਹਰੈਸ ਨਾ ਕੀਤਾ ਜਾਏ ਔਰ ਸਾਰੇ ਸ਼ਾਂਤੀ ਬਣਾਉਣ ਵਿੱਚ ਸਹਿਯੋਗ ਦੇਣ। ਔਰ ਨਾਲ ਹੀ ਇਹ ਵੀ ਸਾਰੀਆਂ ਪਾਰਟੀਆਂ ਨੂੰ ਅਸੀਂ ਚਾਹੁੰਦੇ ਹਾਂ ਜਿਹੜੀ ਪਾਰਟੀ ਇਸ ਵੇਲੇ ਜਿੱਦ ਕਰਕੇ ਇਹ ਮੁਹਿੰਮ ਨੂੰ ਚਲਾਊਗੀ ਚੋਣਾਂ ਦੀ ਨੂੰ ਅਸੀਂ ਸਮਝਾਂਗੇ ਵੀ ਉਸ ਅੰਦੋਲਨ ਦੀ ਵਿਰੋਧੀ ਪਾਰਟੀ ਹੈ। ਇਸ ਕਰਕੇ ਅਪੀਲ ਕਰਾਂਗੇ ਵੀ ਹਾਲੇ ਇਹ ਜਿਹੜੀ ਚੋਣ ਮੁਹਿੰਮ ਹੈ ਇਹਨੂੰ ਠੱਲ ਪਾਈ ਜੇ, ਰੋਕਿਆ ਜਾਏ। ਇੱਕ ਸਾਰਿਆਂ ਨੂੰ ਅਸੀਂ ਅੱਜ ਪੁੱਛਿਆ ਸੀ ਵੀ ਬੜੇ ਵਾਅਦੇ ਝੂਠੇ ਕਰ ਲੈਂਦੇ ਨੇ ਜਦੋਂ ਚੋਣ ਮੈਨੀਫੈਸਟੋ ਬਣਦੇ ਹੈ ਉਹਨਾਂ ਤੇ ਕੋਈ ਅਮਲ ਨਹੀਂ ਕਰਦਾ। ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਇਹਦੇ ਲਈ ਸਾਰੀਆਂ ਪਾਰਟੀਆਂ ਸਹਿਮਤ ਹੋਈਆਂ। ਸਿਰਫ ਇੰਨਾ ਉਹਨਾਂ ਨੇ ਕਿਹਾ ਵੀ ਜਿਹੜਾ ਮੈਨੀਫੈਸਟੋ ਇਸ ਤਰ੍ਹਾਂ ਦਾ ਹੋਵੇ ਜਿਹੜਾ ਜਾਤ ਪਾਤ ਜਾਂ ਧਰਮਾਂ ਦਾ ਬਖੇੜਾ ਨਾ ਖੜਾ ਕਰੇ ਤੇ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਔਰ ਇੱਕ ਕੈਲੰਡਰ ਹੋਣਾ ਚਾਹੀਦਾ। ਜਿਹੜੀ ਪਾਰਟੀ ਜਿੱਤ ਜਾਏ ਉਹਦਾ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਮੈਨੀਫੈਸਟੋ 'ਚ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਿੰਨੀ ਦੇਰ ਵਿੱਚ ਵਾਅਦਾ ਪੂਰਾ ਕੀਤਾ ਜਾਊਗਾ। ਇਹਦੇ ਲਈ ਸਾਰੇ ਸਹਿਮਤ ਹੋਏ। ਅਸੀਂ ਸਾਰੇ ਜਿਹੜੇ ਪਾਰਟੀਆਂ ਦੇ MP MLA ਹੈ ਜੇ ਉਹ ਸਾਡੇ ਹਮਦਰਦ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਜਾ ਕੇ ਕਿਸਾਨਾਂ ਦੇ ਹੱਕ ਵਿੱਚ ਪਾਰਲੀਮੈਂਟ ਦੇ ਅੱਗੇ ਧਰਨਾ ਦਿਓ। ਇੱਕ ਤੋਂ ਬਿਨਾਂ ਅਸੀਂ ਸਾਰਿਆਂ ਨੂੰ ਇਹ ਪੁੱਛਿਆ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰ ਚੁੱਕਾ ਸੀ ਵੀ ਜਿਹੜਾ ਮੰਡੀਆਂ ਦੇ ਵਿੱਚ ਫਰਦਾਂ ਦੇਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਕਿਸਾਨਾਂ ਨੂੰ ਇਹ ਬੜੀਆਂ ਮੁਸ਼ਕਲਾਂ ਖੜੀਆਂ ਕਰੇਗਾ। ਕਈ ਪੁਸ਼ਤਾਂ ਦੇ ਖਾਤੇ ਸਾਂਝੇ ਨੇ ਜਿਹੜੇ ਤਕਸੀਮ ਕਰਾਉਣ ਵਾਸਤੇ ਕਿੰਨੇ ਸਾਲ ਲੱਗ ਜਾਣਗੇ। ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਬੈਠੇ ਨੇ, ਬਹੁਤ ਮੁਸ਼ਕਲਾਂ ਖੜੀਆਂ ਹੋਣਗੀਆਂ। ਇਸ ਕਰਕੇ ਇਹ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਏ। ਅਸੀਂ ਰੂਲਿੰਗ ਪਾਰਟੀ ਨੂੰ ਕਿਹਾ ਵੀ ਆਪਣਾ ਚੀਫ ਮਿਨਿਸਟਰ ਨਾਲ ਗੱਲ ਕਰੋ, ਅਸੀਂ ਫਰਦਾ ਨਹੀਂ ਦੇਵਾਂਗੇ ਤੇ ਪਾਰਟੀ ਪੱਧਰ ਤੇ ਦਾ ਫੈਸਲਾ ਕਰੋ। ਇਸੇ ਤਰ੍ਹਾਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਤੁਸੀਂ ਹਰ ਰੋਜ਼ ਐਵੇਂ ਬਿਆਨ ਦੇਈ ਜਾਂਦੇ ਹੋ ਜਿਹੜੇ ਕਿਸਾਨਾਂ ਦੇ ਕੇਸ ਬਣੇ ਹੋਏ ਨੇ ਇਸ ਮੋਰਚੇ ਦੇ ਦਰਮਿਆਨ ਉਹ ਸਾਰੇ ਵਾਪਸ ਲੈ ਜਾਣ। ਕਿੰਨੇ ਕੇਸਿਸ ਨੇ ਜੀ ਗਿਣਤੀ ਦੱਸ ਦਿਓ। ਗਿਣਤੀ ਨਹੀਂ ਪਤਾ, ਸੈਂਕੜੇ ਹੀ ਹੈ। ਪੰਜਾਬ ਦੋਨੋਂ ਪਾਸੇ 6000 ਤੋਂ ਪੰਜਾਬ ਸਰਕਾਰ ਦੇ ਵਾਅਦਾ ਕਰਕੇ ਗਏ ਨੇ ਵੀ ਵਾਪਸ ਲਵਾਂਗੇ, ਇੰਦੇ ਨਹੀਂ ਲੈਂਦੇ। ਬਸ ਇਹੋ ਸੀ। ਨਹੀਂ ਇਸ ਗੱਲ ਦੱਸਣਾ ਕਿ ਜਿਹੜੀ ਕਾਂਗਰਸ ਗੌਰਮੈਂਟ ਨੇ ਵਿੱਚ ਆਪਣਾ ਕਾਂਗਰਸ ਵਾਲੇ ਆਏ ਸੀਗੇ ਉਹਨਾਂ ਨੇ ਗੱਲ ਕੀਤੀ ਕਿ ਉਹ ਕਦੇ ਨਹੀਂ ਕੀਤੀ। ਲੋਕ ਮੇਨ ਪਾਰਟੀਆਂ ਨੇ ਲੋਕ ਵੀ ਚਾਹੁੰਦੇ ਨੇ ਇਹਨਾਂ ਨੇ ਪਾਰਟੀ ਅੰਦਰ ਕੀ ਪੱਖ ਰੱਖਿਆ ਕੀ ਸਵਾਲ ਜਬ ਹੋਏ ਸਿੱਧੂ ਆਇਆ ਸੀ ਸਿੱਧੂ ਨੇ ਕੀ ਬੋਲਿਆ ਨਹੀਂ ਬੋਲਿਆ। ਇਹਨਾਂ ਨੇ ਸਿਰਫ ਇਹ ਕਿਹਾ ਵੀ ਅਸੀਂ ਤੁਹਾਡੀ ਇਹ ਜਿਹੜੀ ਗੱਲ ਹੈ ਵੀ ਚੋਣ ਮੁਹਿੰਮ ਨਾ ਸ਼ੁਰੂ ਕੀਤੀ ਜਾਏ ਅਸੀਂ ਆਪਣੀ ਪਾਰਟੀ ਨਾਲ ਵਿਚਾਰਾਂਗੇ। ਤੁਸੀਂ ਕਲੀਅਰ ਨਹੀਂ ਕਹਿ ਕੇ ਗਏ ਦੋਵੇਂ ਪਾਰਟੀਆਂ ਵਾਲੇ। ਰਾਜੇਵਾਲ ਸਾਹਿਬ ਪਾਰਟੀਆਂ ਆਖਦੀਆਂ ਨੇ ਕਿ ਤੁਸੀਂ ਉਹਨਾਂ ਨੂੰ ਡੈਮੋਕ੍ਰੈਟਿਕ ਪ੍ਰੋਸੈਸ ਤੋਂ ਕਿਵੇਂ ਰੋਕ ਸਕਦੇ ਹੋ?
ਤੁਸੀਂ ਕੀ ਹਰਿਆਣੇ 'ਚ ਇਹ ਗੱਲ ਕਰ ਰਹੇ ਹੋ, ਉੱਤਰਾਖੰਡ 'ਚ? ਅਸੀਂ ਬਿਲਕੁਲ ਨਹੀਂ ਰੋਕਦੇ। ਅਸੀਂ ਉਹਨਾਂ ਨੂੰ ਜਿਹੜਾ ਇਹ ਕਹਿੰਦਾ ਉਹ ਗਲਤ ਕਹਿੰਦਾ ਹੈ। ਅਸੀਂ ਸਿਰਫ ਇਹ ਕਿਹਾ ਵੀ ਹਮੇਸ਼ਾ ਇਲੈਕਸ਼ਨ ਪ੍ਰੋਸੈਸ ਜਦੋਂ ਸ਼ੁਰੂ ਹੁੰਦਾ ਹੈ ਉਦੋਂ 10-20 ਦਿਨ ਅੱਗੇ ਪਿੱਛੇ ਚੋਣ ਮੁਹਿੰਮ ਸ਼ੁਰੂ ਹੁੰਦੀ ਹੈ। ਵੀ ਐਤਕੀ ਕਿਉਂਕਿ ਮੋਰਚਾ ਲੱਗਿਆ ਹੋਇਆ ਇੱਕ ਅਲੱਗ ਤਰ੍ਹਾਂ ਦੀ ਹਾਲਤ ਹੈ। ਸਾਰੇ ਪੰਜਾਬੀਆਂ ਦਾ ਧਿਆਨ, ਹਰਿਆਣੇ ਵਾਲੇ ਕਿਸਾਨਾਂ ਦਾ ਧਿਆਨ ਮੋਰਚੇ ਵੱਲ ਲੱਗਿਆ ਹੋਇਆ ਹੈ। ਜਦੋਂ ਤੁਸੀਂ ਜਾ ਕੇ ਉਹਨਾਂ ਨੂੰ ਇਲੈਕਸ਼ਨ ਮੁਹਿੰਮ ਲਈ ਤੋੜਨ ਦੀ ਗੱਲ ਕਰਦੇ ਹੋ ਤਾਂ ਉਹਨਾਂ ਦਾ ਧਿਆਨ ਹਟਾਉਣ ਵਾਲੀ ਗੱਲ ਹੋ ਜਾਂਦੀ ਹੈ। ਇਹ ਨਾ ਕਰੋ। ਤੁਹਾਨੂੰ ਰਾਜੇਵਾਲ ਸਾਹਿਬ ਚੋਣਾਂ ਨੂੰ ਡੈਫਰ ਕਰਨ ਦੀ ਗੱਲ ਤੇ ਵੀ ਕੋਈ ਗੱਲ ਹੋਈ ਆ? ਨਹੀਂ ਕੋਈ ਨਹੀਂ। ਰਾਜੇਵਾਲ ਸਾਹਿਬ ਜਿਸ ਤਰ੍ਹਾਂ ਗੱਲ ਚੱਲੀ ਵੀ ਹੈਗੀ ਆ, ਉਹ ਇਹ ਕਹਿ ਰਹੇ ਨੇ ਵੀ ਜੇਕਰ ਕਿਸਾਨ ਲੀਡਰ ਨੇ ਜੋ ਕਹਿਣਗੇ ਅਸੀਂ ਮੰਨਾਂਗੇ, ਤੇ ਕਿਸਾਨ ਲੀਡਰਾਂ ਨੂੰ ਕੀ ਹਰਜ ਹੈਗਾ ਵੀ ਜੇਕਰ ਉੱਥੇ ਜਾ ਕੇ ਦਿੱਲੀ ਸਾਡੇ ਨਾਲ ਜਾ ਕੇ ਮੋਰਚਾ ਲਾ ਲੈਣ, ਜਾ ਕੇ ਵੀ ਦਿੱਲੀ ਦੇ ਵਿੱਚ ਅਸੀਂ ਨਾਲ ਚੱਲਣ ਨੂੰ ਤਿਆਰ ਹੈਗੇ ਆ, ਇਕੱਠੇ ਚੱਲ ਕੇ ਲਾ ਲਓ। ਅਸੀਂ ਉਹਨਾਂ ਨੂੰ ਅਪੀਲ ਕੀਤੀ ਜੇ ਤੁਹਾਨੂੰ ਸਾਡੇ ਨਾਲ ਹਮਦਰਦੀ ਹੈ। ਅੱਜ ਲੋਕ ਤਾਕਤ ਦੇਖੀ ਹੈ, ਉਹ ਪੋਲੀਟੀਕਲ ਲੀਡਰ ਜਿਹੜੇ ਆਮ ਲੋਕਾਂ ਨੂੰ ਮਿਲਣ ਤੋਂ ਕੰਨੀ ਕਤਰਾਉਂਦੇ ਨੇ, ਜਿਹੜੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ, ਤੁਹਾਨੂੰ ਮਿਲਣ ਆਏ ਨੇ ਔਰ ਘੰਟਾ ਉਹ ਉਡੀਕ ਕਰਦੇ ਰਹੇ ਵੀ ਕਦੋਂ ਸਾਨੂੰ ਅੰਦਰ ਆਵਾਜ਼ ਪਵੇ ਜਾਈਏ। ਤੁਸੀਂ ਸਿਆਸੀ ਪ੍ਰੋਸੈਸ ਇਸ ਲਈ ਰੋਕ ਰਹੇ ਜੇ, ਠੀਕ ਹੈ ਵੀ ਅੰਦੋਲਨ ਕਿਤੇ ਡਿਵਰਟ ਨਾ ਹੋ ਜਾਏ, ਪਰ ਪੰਜਾਬ ਦੇ ਲੋਕ ਇਹ ਵੀ ਤੁਹਾਡੇ ਕੋਲੋਂ ਆਸ ਕਰਦੇ ਨੇ ਵੀ ਉਹਨਾਂ ਨੂੰ ਕੋਈ ਸਿਆਸਤ ਦੇ ਤੌਰ ਤੇ ਕੋਈ ਸੇਧ ਵੀ ਦਿੱਤੀ ਜਾਵੇ। ਤੁਸੀਂ ਇਸ ਬਾਰੇ ਖਮੋਸ਼ ਜੇ, ਮਤਲਬ ਲੋਕ ਤੇ ਭੰਗਲ ਭੂਸੇ ਜਾ ਵੀ ਉਹ ਕਰਨਾ ਤੇ ਤੁਸੀਂ ਕੋਈ ਸੇਧ ਨਹੀਂ ਦੇ ਰਹੇ, ਕੋਈ ਸਿਆਸੀ ਸੇਧ ਵੀ ਦੇ ਰਹੇ ਜੇ ਤੁਸੀਂ। ਇਸ ਤਰ੍ਹਾਂ ਨਹੀਂ, ਸਾਡਾ ਕਹਿਣਾ ਇਹ ਹੈ ਵੀ ਕਿਉਂਕਿ ਇਸ ਵੇਲੇ ਮੋਰਚਾ ਚੱਲਦਾ, ਸਾਡਾ ਤਾਂ ਨਿਸ਼ਾਨਾ ਮੋਰਚੇ ਦੀਆਂ ਮੰਗਾਂ ਤੇ ਫੋਕਸ ਕੀਤਾ ਹੋਇਆ। ਜਦੋਂ ਤੱਕ ਮੋਰਚਾ ਨਹੀਂ ਜਿੱਤਿਆ ਜਾਂਦਾ ਅਸੀਂ ਇਹਦੇ ਤੇ ਕੋਈ ਫੈਸਲਾ ਨਹੀਂ ਉਦੋਂ ਦੀ ਕਰਦੇ। ਇੱਕ ਗੱਲ ਪੋਲੀਟੀਕਲ ਪਾਰਟੀਆਂ ਦਾ ਅਸੀਂ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ, ਇਹਨਾਂ ਨੇ ਤਣਾਅ ਪੈਦਾ ਕੀਤਾ ਹੈ। ਜੇ ਇੱਦਾਂ ਤਣਾਅ ਪੈਦਾ ਹੋ ਕੇ ਪੰਜਾਬ ਦੇ ਹਾਲਾਤ ਖਰਾਬ ਹੋ ਗਏ, ਉਹ ਨਾ ਪੰਜਾਬ ਦੇ ਹਿੱਤ 'ਚ ਨੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਹਿੱਤ 'ਚ ਨੇ। ਅਸੀਂ ਉਹਨਾਂ ਨੂੰ ਸਿਰਫ ਇਹ ਅਪੀਲ ਕੀਤੀ ਹੈ ਵੀ ਤੁਸੀਂ ਉਦੋਂ ਤੱਕ, ਜਦੋਂ ਤੱਕ ਇਲੈਕਸ਼ਨ ਡਿਕਲੇਅਰ ਨਹੀਂ ਹੁੰਦੀ ਉਦੋਂ ਤੱਕ ਇਲੈਕਸ਼ਨ ਕੈਂਪੇਨ ਨਾ ਚਲਾਓ, ਤੁਹਾਡਾ ਅਧਿਕਾਰ ਹੈ। ਉਹਦੇ ਬਾਅਦ ਉਦੋਂ ਤੁਸੀਂ ਕੋਈ ਸਿਆਸੀ ਸੇਧ ਦਿਓਗੇ ਪੰਜਾਬ ਦੇ ਲੋਕਾਂ ਨੂੰ? ਨਹੀਂ ਹਾਲੇ ਅਸੀਂ ਰਾਜੇਵਾਲ ਸਾਹਿਬ ਬਹੁਤ ਜ਼ਰੂਰੀ ਹੈ। ਕਾਂਗਰਸ ਪਾਰਟੀ ਦੇ ਕਾਰਨ ਕਾਂਗਰਸ ਪਾਰਟੀ ਦਾ ਨੁਮਾਇੰਦਾ ਕਿਹੜਾ ਬੋਲਿਆ ਔਰ ਕੱਲ੍ਹ ਕਿਹੜਾ ਬੋਲਿਆ? ਨਵਜੋਤ ਸਿੰਘ ਸਿੱਧੂ ਨੇ ਤੁਹਾਨੂੰ ਕੀ ਗੱਲ ਕਹੀ ਹੈਗੀ ਹੈ? ਗੰਨੇ ਦੇ ਬਾਰੇ ਕੋਈ ਗੱਲ ਹੋਈ ਹੈਗੀ ਆ ਵੀ ਤੁਸੀਂ ਸੀਐਮ ਸਾਹਿਬ ਕੋਲ ਜਾਂਦੇ ਹੋ, ਕੰਮ ਵਾਸਤੇ ਜਾਂਦੇ ਹੋ, ਜਾਂ ਜਿਹੜਾ ਗੰਨੇ ਦੇ ਮੁੱਲ ਦਾ ਫੈਸਲਾ ਵੀ ਕਰਵਾਇਆ ਪਾਰਟੀ ਨੂੰ ਤੁਸੀਂ ਨਾਲ ਨਹੀਂ ਲੈ ਕੇ ਗਏ ਹੈਗੇ? ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈਗੀ ਆ? ਰਾਜਾ ਸਾਹਿਬ ਨਵਜੋਤ ਸਿੱਧੂ ਨੇ ਨਵਜੋਤ ਸਿੱਧੂ ਨੇ ਕਿਹਾ ਅਸੀਂ ਕਿਸਾਨਾਂ ਦੀ ਹਰ ਮੰਗ ਮਨਾਉਣ ਲਈ ਅਸੀਂ ਤੁਹਾਡੇ ਨਾਲ ਹਾਂ। ਕਿਉਂਕਿ ਟਾਈਮ ਬੜਾ ਸਾਰਿਆਂ ਨੂੰ ਲਿਮਟਿਡ, ਅਸੀਂ ਅੱਧਾ ਘੰਟਾ ਵੱਡੀਆਂ ਪਾਰਟੀਆਂ ਨੂੰ ਦਿੱਤਾ ਤੇ ਬਾਕੀ ਦੇ ਨੂੰ 20 ਮਿੰਟ ਦਿੱਤੇ। ਉਹਦੇ ਵਿੱਚ ਉਹਨਾਂ ਨੇ 4 ਨੁਮਾਇੰਦੇ ਉਹਨਾਂ ਦੇ ਬੋਲੇ ਨੇ, ਕਿੰਨਾ ਕੋਈ ਬੋਲ ਸਕਦਾ ਤੁਸੀਂ? ਰਾਜਾ ਸਾਹਿਬ ਤੁਸੀਂ ਕਿਹਾ ਕਿ ਸਮਾਜਿਕ ਬਾਈਕਾਟ ਨਾ ਕਰੋ, ਇਹਦਾ ਮਤਲਬ ਜੇ ਬਾਕੀ ਕੋਈ ਪ੍ਰੋਗਰਾਮ ਕਰਦੇ ਨੇ ਤਾਂ ਬਾਈਕਾਟ ਦੀ ਅਪੀਲ ਹੈਗੀ ਆ? ਸਮਾਜਿਕ ਸਮਾਗਮਾਂ ਦਾ ਤੇ ਜੇ ਰਾਜਨੀਤਿਕ ਪ੍ਰੋਗਰਾਮ ਉਹ ਕਰਦੇ ਨੇ, ਅਸੀਂ ਜਿਹੜੇ ਰੂਲਿੰਗ ਪਾਰਟੀ ਆ ਉਹਨਾਂ ਨੂੰ ਕਿਹਾ ਜਿਹੜੇ ਤੁਸੀਂ ਸਰਕਾਰੀ ਫੰਕਸ਼ਨ ਕਹਿੰਦੇ ਹੋ ਉਹ ਵੱਡੀ ਗਿਣਤੀ 'ਚ ਨਹੀਂ ਹੋਣੇ ਚਾਹੀਦੇ, ਉਹ ਛੋਟੀ ਗਿਣਤੀ ਵਿੱਚ ਵੀ ਹੋ ਸਕਦੇ ਨੇ, ਉਹ ਛੋਟੇ ਫੰਕਸ਼ਨ ਕਰੋ। ਅੱਜ ਫਿਰ ਇਹ ਗੱਲ ਥੋੜੀ ਬਹੁਤ ਹੋ ਗਈ ਹੈ ਕਿ ਜੇਕਰ ਛੋਟੀਆਂ ਰੈਲੀਆਂ ਕਰਦੇ ਨੇ, ਛੋਟੀਆਂ ਰੈਲੀਆਂ ਜੇ ਕਰਦੇ ਨੇ ਤਾਂ ਕੀ ਕਰਕੇ ਪਾਰਟੀਆਂ ਤਾਂ ਕਹਿ ਰਹੇ ਕਿ ਸਮਾਗਮ ਬੰਦ ਕਰੋ, ਨਹੀਂ ਹੋਣੇ ਚਾਹੀਦੇ। ਗੁਰਨਾਮ ਸਿੰਘ ਚਨੂਨੀ ਅੱਜ ਵੀ ਕਹਿ ਰਹੇ ਨੇ ਕਨਾਲ ਦੇ ਅਸੀਂ ਗੁਰਨਾਮ ਸਿੰਘ ਚਨੂਨੀ ਦੀ ਗੱਲ ਨਾ ਕਰੋ, ਕੱਲਾ ਹੀ ਇੱਕ ਪਾਸੇ ਆ। ਗੱਲ ਕਰੋ ਬਰਾਬਰ ਰਾਜੇਵਾਲ ਸਾਹਿਬ ਉਹਦੀ ਕੱਲੇ ਦੀ ਕੋਈ ਰਾਜੇਵਾਲ ਸਾਹਿਬ ਤੁਹਾਨੂੰ ਨਹੀਂ ਲੱਗਦਾ ਜਥੇਬੰਦੀਆਂ ਲੱਗ ਰਹੇ ਸੀ ਉਹਦੇ ਨਾਲ ਕੋਈ ਰਾਜੇਵਾਲ ਸਾਹਿਬ ਤੁਹਾਨੂੰ ਨਹੀਂ ਲੱਗਦਾ ਸਰਕਾਰੀ ਪ੍ਰੋਗਰਾਮਾਂ ਦੀ ਹੋੜ ਦੇ ਵਿੱਚ ਸੱਤਾਧਾਰੀ ਫਾਇਦਾ ਚੁੱਕ ਸਕਦੇ ਨੇ? ਰਾਜੇਵਾਲ ਸਾਹਿਬ ਸੱਤਾਧਾਰੀ ਫਾਇਦਾ ਚੁੱਕ ਸਕਦੇ ਨੇ, ਤੁਹਾਨੂੰ ਨਹੀਂ ਲੱਗਦਾ? ਨਹੀਂ, ਜੇ ਫਰਜ਼ ਕਰ ਲਓ ਕਿਤੇ ਪਿੰਡ 'ਚ ਡਿਵੈਲਪਮੈਂਟ ਹੁੰਦੀ ਹੈ ਉਹਦੇ ਵਾਸਤੇ ਚੈੱਕ ਦੇਣ ਜਾਣਾ, ਇਹ ਤਾਂ ਨਹੀਂ ਜ਼ਰੂਰੀ 2000 ਬੰਦਾ ਇਕੱਠਾ ਕਰੋ। ਅਸੀਂ ਕਹਿੰਦੇ 150 ਬੰਦੇ ਇਕੱਠੇ। ਮੋਗੇ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਹੋਏ ਨੇ ਉਹਨਾਂ ਦੀ ਵੀ ਗੱਲਬਾਤ ਹੋਈ, ਜਾਂ ਪੋਲੀਟੀਕਲ ਪਾਰਟੀਆਂ ਜਿਹੜੇ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਬਾਰੇ ਵੀ ਗੱਲਬਾਤ ਹੋਈ? ਜਿਹੜੇ ਪਰਚੇ ਕਿਸਾਨਾਂ ਤੇ ਦਰਜ ਹੋਏ ਨੇ ਉਹ ਉਹਨਾਂ ਨੂੰ ਕਿਹਾ ਵੀ ਵਾਪਸ ਲਓ, ਉਹਨਾਂ ਨੇ ਕਿਹਾ ਸੀ ਮੰਤਰੀ ਨਾਲ ਗੱਲ ਕਰਾਂਗੇ। ਰਾਜੇਵਾਲ ਸਾਹਿਬ ਇਹ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਖੇਮਕਰਨ ਦੇ ਵਿੱਚ ਰੈਲੀ ਹੁੰਦੀ ਹੈ ਕਾਂਗਰਸ ਦੀ ਤੇ ਜਿਹੜੇ ਅਕਾਲੀ ਲੀਡਰ ਨੇ ਜਾਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਦਾ ਵਿਰੋਧ ਹੁੰਦਾ,
ਖੇਮ ਕਰਨ ਵਾਲੀ ਰੈਲੀ ਦਾ ਕਿਸਾਨਾਂ ਵੱਲੋਂ ਇੱਕ ਬੋਲ ਵੀ ਨਹੀਂ ਬੋਲਿਆ ਜਾਂਦਾ ਹੈਗਾ। ਮਤਲਬ ਤੁਸੀਂ ਡਿਸਕ੍ਰਿਮੀਨੇਟ ਕਰਦੇ ਹੋ ਜਿਹੜਾ ਇਹ ਕਿਹਾ ਜਾ ਰਿਹਾ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਡਿਸਕ੍ਰਿਮੀਨੇਸ਼ਨ ਹੋ ਰਿਹਾ। ਕੋਈ ਕਹੀਏ ਅਸੀਂ ਤਾਂ ਉੱਥੇ ਬੈਠੇ ਆ ਮੋਰਚੇ ਤੇ। ਨਹੀਂ ਖੇਮ ਕਰਨ ਦੀ ਰੈਲੀ ਬਾਰੇ ਕਿਸਾਨ ਮੋਰਚੇ ਨੇ ਕਿਉਂ ਨਹੀਂ ਹੁਣ ਤੱਕ ਕੁਝ ਵੀ ਬੋਲਿਆ ਹੈਗਾ। ਕਮੈਂਟ ਕਰਾਂ ਜਦੋਂ ਮੈਨੂੰ ਪਤਾ ਹੀ ਨਹੀਂ ਵੀ ਉੱਥੇ ਰੈਲੀ ਹੋਈ ਹੈ ਕਿ ਨਹੀਂ। ਰਾਜਵੰਤ ਸਾਹਿਬ ਸਾਰੀ ਪਾਰਟੀ ਦਾ ਵਿਰੋਧ ਹੋਏਗਾ। ਅਕਾਲੀ ਦਲ ਵਾਲੇ ਕਹਿੰਦੇ ਤੁਹਾਨੂੰ 13 ਸਾਨੂੰ ਇਹ ਪਤਾ ਜੀ ਬਹੁਤ ਸਾਰੀਆਂ ਥਾਵਾਂ ਤੇ ਕਾਂਗਰਸੀ ਲੀਡਰਾਂ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਉਹਨਾਂ ਦੇ ਫੰਕਸ਼ਨਾਂ ਦਾ। ਇਸ ਲਈ ਜੇ ਇੱਕ ਅੱਧੀ ਥਾਂ ਤੇ ਤੁਹਾਡੇ ਮੁਤਾਬਕ ਰਹਿ ਗਿਆ ਤੇ ਫਿਰ ਕੀ ਕਰਾਂਗੇ। ਸੀਐਮ ਸ਼ੁਰੂ ਕਰ ਰਿਹਾ ਰੈਲੀਆਂ, ਸੀਐਮ ਦਾ ਤੁਸੀਂ ਵਿਰੋਧ ਕਰੋਗੇ ਹੋ? ਸੀਐਮ ਦਾ 13 ਤਰੀਕ ਤੋਂ ਪ੍ਰੋਗਰਾਮ ਸਾਡੇ ਵਾਸਤੇ ਸੀਐਮ ਦੀ ਸਾਰੇ ਇੱਕ ਸਾਹਿਬ ਦਾ ਹੋਏਗਾ। ਇਹ ਸਵਾਲ ਹੈ ਕਿ ਸਾਰੀ ਪਾਰਟੀਆਂ ਦਾ ਵਿਰੋਧ ਹੋਏਗਾ ਅਗਰ ਉਹ ਕੋਈ ਪੋਲੀਟੀਕਲ ਪ੍ਰੋਗਰਾਮ ਕਰਦੀ, ਕੋਈ ਮੀਟਿੰਗ ਵੀ ਸੱਦਦੀ, ਉਹਦਾ ਵਿਰੋਧ ਹੋਏਗਾ। ਵਾਅਦੇ ਕਰੇ ਸੀ ਪੂਰੇ ਨਹੀਂ ਕਰੇ, ਸਭ ਦੇ ਸਵਾਲ ਹੋਣਗੇ। ਰਾਜੇਵਾਲ ਦੀ ਬੜੀ ਰਾਜੇਵਾਲ ਦੀ ਬੜੀ ਕਾਂਗਰਸ ਤੇ ਅਕਾਲੀ ਦਲ ਰੈਲੀਆਂ ਕਰ ਜਿਹੜੀ ਪਾਬੰਦੀ ਆ ਕਿਸਾਨਾਂ ਨੂੰ ਕਿੱਦਾਂ ਦਾ ਵਿਰੋਧ ਕਰਨਗੇ। ਸਵਾਲ ਕਰ ਆਪੇ ਫੇਸ ਕਰੋਗੇ ਫਿਰ। ਜੇ ਕੋਈ ਇੰਸੀਡੈਂਟ ਹੋ ਜਾਂਦਾ ਇਹਦਾ ਵੀ ਜਿਹੜੀ ਪਾਬੰਦੀ ਆ ਉਹ ਸਿਰਫ ਰਾਜੇਵਾਲ ਸਾਹਿਬ ਜਿਹੜੀ ਪਾਬੰਦੀ ਆ ਉਹ ਸਿਰਫ ਰੈਲੀ ਤੇ ਹੋਏਗੀ ਜਾਂ ਸਾਰੇ ਕਿਸਮ ਦੇ ਪ੍ਰਚਾਰ ਤੇ? ਰਾਜਨੀਤਿਕ ਕਾਰਜਕ੍ਰਮ ਨਹੀਂ ਕਰਨਾ ਉਹਨੂੰ ਰਿਜੈਕਟ ਕਰ ਦਿੱਤਾ। ਉਹਨਾਂ ਨੇ ਉਸਨੂੰ ਮੰਨਣ ਤੋਂ ਮਨਾ ਕਰਤਾ ਰਾਜੇਵਾਲ ਸਾਹਿਬ ਜਿਹੜੀ ਪਾਬੰਦੀ ਆ ਉਹ ਸਿਰਫ ਜਨਤਕ ਰੈਲੀ ਤੇ ਹੋਏਗੀ ਜਾਂ ਹਰ ਕਿਸਮ ਦੇ ਪ੍ਰਚਾਰ ਤੇ? ਸਲਾਹ ਕਰਕੇ ਦੱਸਾਂਗਾ। ਰਾਜਾ ਸਾਹਿਬ ਨਹੀਂ ਪੰਜਾਬ 'ਚ ਚਰਚਾ ਚੱਲ ਰਹੀ ਹੈ, ਪੰਜਾਬ 'ਚ ਵੀ ਚਰਚਾ ਚੱਲ ਰਹੀ ਹੈ ਜੇ ਮੋਗੇ ਵਰਗੇ ਕਾਂਡ ਹੁੰਦੇ ਤਾਂ ਰਾਸ਼ਟਰਪਤੀ ਰਾਜ ਲੱਗ ਸਕਦਾ ਹੈ ਕਿ ਉਸ ਦੇ ਉੱਤੇ ਵੀ ਥੋੜੀ ਨਜ਼ਰ ਆ ਕਿ ਪਾਰਟੀਆਂ ਜੇ ਜਾਂਦੀਆਂ ਨੇ। ਇਸੇ ਕਰਕੇ ਆ ਸਾਰੀ ਐਕਸਰਸਾਈਜ਼ ਕੀਤੀ ਹੈ ਵੀ ਪੰਜਾਬ ਸ਼ਾਂਤੀ ਰਹਿ ਸਕੇ। ਇਸ ਕਰਕੇ ਫਿਲਹਾਲ ਇਹ ਕੈਂਪੇਨ ਨਾ ਚਲੋ, ਬਹੁਤ ਸਮਾਂ ਪਿਆ। ਅੱਜ ਪਹਿਲੀ ਵਾਰ ਪਤਾ ਲੱਗਾ ਕਿ ਲੋਕਾਂ ਦੀ ਪਾਵਰ ਸੁਪਰੀਮ ਹੋਈ ਹੈ, ਸਿਆਸਤਦਾਨ ਤੁਹਾਡੇ ਮੋੜੇ ਤੇ ਆਏ ਨੇ ਤੇ ਤੁਸੀਂ ਕੀ ਕੋਈ ਸਾਂਝਾ ਪ੍ਰੋਗਰਾਮ 32 ਜਥੇਬੰਦੀਆਂ ਉਲੀਕ ਕੇ ਸਿਆਸੀ ਪਾਰਟੀਆਂ ਦੇ ਅੱਗੇ ਰੱਖੋਗੇ? ਲੋਕਾਂ ਨੂੰ ਬੜੀਆਂ ਉਮੀਦਾਂ ਨੇ ਤੁਹਾਡੇ ਤੋਂ। ਨਹੀਂ ਹਾਲੇ ਮੋਰਚਾ ਜਿੱਤ ਕੇ ਸੋਚਾਂਗੇ। ਰਾਜੇਵਾਲ ਸਾਹਿਬ ਜੇ ਕੋਈ ਪੋਲੀਟੀਕਲ ਲੀਡਰ ਆਪਣੇ ਕਿਸੇ ਮੈਂਬਰ ਦੇ ਘਰੇ ਜਾਂਦਾ ਹੈ ਫਿਰ ਵਿਰੋਧ ਹੋਊਗਾ ਜੀ ਉਹਦਾ। ਬੁਲਾਈਏ ਤੁਸੀਂ ਅੱਗੇ ਅੱਜ ਤੋਂ ਬਾਅਦ ਜਿਹੜੀ ਹੋਊਗੀ ਜਿਹੜੀ ਪਿਛਲੀ ਵਾਰ ਹੋ ਗਈ ਹੈ। ਅੱਜ ਸਾਨੂੰ ਸਾਰੀਆਂ ਪਾਰਟੀਆਂ ਇਹ ਗੱਲ ਕਹਿ ਕੇ ਗਈਆਂ ਨੇ ਬੁਲਾਈਏ ਕੋਈ ਜਿਹੜੀਆਂ ਇਹਨਾਂ ਨੂੰ ਸਵਾਏ ਸਾਡੇ ਦਿੱਲੀ ਮੋਰਚੇ ਤੇ ਹੁੰਦੀ ਰਹਿੰਦੀ ਹੈ। ਉੱਥੇ ਤੇ ਸਾਡੀ ਗੱਲਬਾਤ ਤੇ ਰੈਗੂਲਰ ਕੱਲ ਵੀ ਸਰ ਨਾਲ ਵੀ ਮੀਟਿੰਗ ਕਰਦੇ। ਰਾਜੇਵਾਲ ਜੀ ਜੇ ਕਾਂਗਰਸ ਤੇ ਅਕਾਲੀ ਦਲ ਇਹ ਆਪਣੀ ਗੱਲ ਤੇ ਨਹੀਂ ਖੜਦੇ, 13 ਤਰੀਕ ਤੱਕ ਉਹਨਾਂ ਨੇ ਟਾਈਮ ਦਿੱਤਾ ਸੀਗਾ, ਉਸ ਤੋਂ ਅੱਗੇ ਜੇ ਉਹ ਰੈਲੀਆਂ ਜਾਰੀ ਰੱਖਦੇ ਆ ਤਾਂ ਤੁਹਾਡਾ ਕੀ ਆ? ਫੇਸ ਤਾਂ ਮਿਲ ਸੀ। ਕੀ ਸਵਾਲ ਜਵਾਬ ਹੋਣਗੇ ਨਹੀਂ ਤੁਹਾਡੇ ਸੰਯੁਕਤ ਮੋਰਚੇ ਵੱਲੋਂ ਕੀ ਆ? ਅਸੀਂ ਉਹਨਾਂ ਨੂੰ ਕਿਹਾ ਨਾ ਕਰੋ, ਫਿਰ ਜੇ ਇਹ ਨਹੀਂ ਹਟਦੇ ਕੋਈ ਫਿਰ ਲੇਕਿਨ ਰਾਜੇਵਾਲ ਸੰਯੁਕਤ ਉਹ ਕਹਿ ਰਹੇ ਜਿਹੜੇ ਦੂਸਰੇ ਫਿਰਕੇ ਨੇ ਪੰਜਾਬ ਦੇ ਕਿਸਾਨ ਨਹੀਂ ਨਾ ਹੈਗੇ। ਅਕਾਲੀ ਦਲ ਵੱਲੋਂ ਇੱਕ ਗੱਲ ਕੀਤੀ ਵੀ ਸਵਾਲ ਕਰੋ ਯਾਰ। ਸਾਨੂੰ ਮਹੀਨੇ ਦੇ ਵਿੱਚ ਇੱਕ ਦਿਨ ਰਾਜੇਵਾਲ ਸਾਹਿਬ ਰਾਸ਼ਟਰਪਤੀ ਰਾਜ ਲੱਗਣ ਦੀ ਗੱਲ ਆਈ ਪਿਛਲੇ ਦਿਨੀ ਕਿ ਰਾਸ਼ਟਰਪਤੀ ਰਾਜ ਪੰਜਾਬ 'ਚ ਲੱਗ ਸਕਦਾ ਹੈ। ਤੁਹਾਡੇ ਕਾਫੀ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਾਇਦ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗ ਸਕਦਾ ਹੈ। ਜਿਹੜੇ ਆਗੂ ਨੇ ਕਿਹਾ ਜੀ ਸਾਡੇ ਜੋਗਿੰਦਰ ਬਰਾਹਾ ਜੀ ਹੋਰਾਂ ਦਾ ਮੂੰਹ ਚ ਨਾ ਪਾਓ। ਨਹੀਂ ਜੀ, ਜੋਗਿੰਦਰ ਬਰਾਹਾ ਹੋਰਾਂ ਦਾ ਬਿਆਨ ਵੀ ਆਇਆ ਜੀ। ਸਵਾਲ ਕਰੋ। ਉਹ ਆਰਾਮ ਨਾਲ ਕਰੋ ਯਾਰ, ਕੀ ਬੰਦਾ ਨਹੀਂ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਅਸੀਂ ਮੰਗ ਕੀਤੀ ਹੈ ਕਿ ਇੱਕ ਦਿਨ ਮਹੀਨੇ ਦੇ ਵਿੱਚ ਇੱਕ ਦਿਨ ਰਾਜੇਵਾਲ ਜੀ ਲਗਾਤਾਰ ਰਾਜੇਵਾਲ ਜੀ ਰਾਜੇਵਾਲ ਜੀ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਇੱਕ ਤੀਜਾ ਬਦਲ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਸ ਤਰੀਕੇ ਨਾਲ ਤੁਸੀਂ ਰੈਲੀਆਂ ਰੋਕ ਰਹੇ ਹੋ, ਜਿਹੜੀਆਂ ਬਾਕੀ ਧਿਰਾਂ ਨੇ ਉਹ ਕਹਿੰਦੇ ਸਾਡੇ ਨਾਲ ਤਾਂ ਸਿੱਧਾ ਧੱਕਾ ਹੋਵੇਗਾ। ਜਿਸ ਤਰੀਕੇ ਨਾਲ ਉਹਨਾਂ ਨੇ ਹੁਣ ਮੌਕਾ ਉਹਨਾਂ ਤੋਂ ਪ੍ਰਚਾਰ ਕਰਨ ਦਾ, ਇਹਦੇ ਨਾਲ ਤਾਂ ਸਿੱਧਾ ਲਾਹਾ ਅਕਾਲੀ ਦਲ ਤੇ ਕਾਂਗਰਸ ਨੂੰ ਮਿਲਣਾ। ਤੁਹਾਨੂੰ ਲੱਗਦਾ ਕਿ ਦੋਹੀ ਰਵਾਤੀ ਪਾਰਟੀਆਂ ਨੂੰ ਫਾਇਦਾ ਮਿਲਣਾ ਇਸ ਚੀਜ਼ ਦਾ ਜੇ ਰੈਲੀਆਂ ਰੋਕਦੇ ਨੇ? ਅਸੀਂ ਤਾਂ ਆਪਣਾ ਮੋਰਚਾ ਬਚਾਉਣ ਵਾਸਤੇ ਜੋ ਸਾਨੂੰ ਠੀਕ ਲੱਗਦਾ ਅਸੀਂ ਫੈਸਲਾ ਕਰਾਂਗੇ। ਰਾਜੇਵਾਲ ਸਾਹਿਬ ਚੋਣ ਮੈਨੀਫੈਸਟੋ ਆਪਣੀ ਦਸਤਾਵੇਜ਼ ਰਾਜੇਵਾਲ ਸਾਹਿਬ
ਪੰਜਾਬ 'ਚ ਸ਼ਾਂਤੀ ਮੋਰਚੇ ਦਾ ਨੁਕਸਾਨ ਹੁੰਦਾ ਹੈ ਔਰ ਜਿਹੜੀ ਪਾਰਟੀ ਇਹਦਾ ਮਤਲਬ ਕਿਸਾਨ ਜਥੇਬੰਦੀਆਂ ਨੂੰ ਡਰ ਹੈ ਕਿ ਤੁਹਾਡਾ ਰਾਜੇਵਾਲ ਸਾਹਿਬ ਜਿਹੜੇ ਪੰਜਾਬ ਦੇ ਸੀਐਮ ਨੇ ਉਹ ਪਹਿਲਾਂ ਹੀ ਇਨਸੈਸਬਲ ਨੇ। ਰਾਜੇਵਾਲ ਸਾਹਿਬ ਜਿਹੜੇ ਪੰਜਾਬ ਦੇ ਰਾਜੇਵਾਲ ਸਾਹਿਬ ਮਨਾ ਕੀਤਾ ਹੈ ਕਿ ਰੈਲੀਆਂ ਦਾ ਨੁਕਸਾਨ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਕਿਸਾਨ ਜਥੇਬੰਦੀਆਂ ਦਾ ਕਾਡਰ ਹੈ ਜਿਹੜਾ ਉਹਨਾਂ ਦੀਆਂ ਰੈਲੀਆਂ 'ਚ ਜਾਂਦਾ ਹੈ। ਨਹੀਂ ਇਸੇ ਚੀਜ਼ ਇਹ ਦਾ ਨਹੀਂ ਇਹਦੇ ਨਾਲ ਝਗੜਾ ਹੁੰਦਾ ਨੁਕਸਾਨ ਹੁੰਦਾ ਲੋਕਾਂ ਦਾ ਧਿਆਨ ਹਟਾਉਂਦੇ ਨੇ। ਨਹੀਂ ਮਾਹੌਲ ਹੈ ਕਾਰਨ ਤਾਂ ਨਹੀਂ ਜਾਂਦਾ ਵੀ ਡਰਦਾ ਨਹੀਂ ਹੋਏਗਾ ਪੰਜਾਬ ਦਾ। ਰਾਜੇਵਾਲ ਸਾਹਿਬ ਝੰਡੇ ਲੈ ਕੇ ਅਕਾਲੀ ਦਲ ਦੀ ਰਾਜੇਵਾਲ ਸਾਹਿਬ ਇੱਕ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਲੋਕ ਨੇ ਜਿਹੜੇ ਹੋਏਗਾ ਤੁਸੀਂ ਉੱਠ ਖੜੇ ਪੰਜਾਬ ਤੁਹਾਡੇ ਪਿੱਛੇ ਲੱਗ ਗਿਆ ਹੁਣ ਲੋਕ ਤੁਸੀਂ ਗੰਨੇ ਦੇ ਲਈ ਬੇਸ਼ਰਮ ਦੇ ਵਿੱਚ ਧਰਨਾ ਲੈ ਕਦੋਂ ਤੱਕ ਅਸੀਂ ਧਰਨੇ ਲਗਾ ਕੇ ਰਾਜੇਵਾਲ ਸਾਹਿਬ ਉੱਚੀ ਬੋਲੋ, ਉੱਚੀ ਬੋਲਣ। ਲੋਕਾਂ ਦੀ ਉਮੀਦ ਹੈ ਕਿ 2022 ਦੇ ਵਿੱਚ ਰਾਜੇਵਾਲ ਸਾਹਿਬ ਮੁੱਖ ਮੰਤਰੀ ਰਾਜੇਵਾਲ ਸਾਹਿਬ ਪੰਜਾਬ ਰਾਜੇਵਾਲ ਸਾਹਿਬ ਪੰਜਾਬ ਦੇ ਰਾਜੇਵਾਲ ਸਾਹਿਬ ਪੰਜਾਬ ਰਾਜੇਵਾਲ ਸਾਹਿਬ ਇੱਧਰ ਆਓ ਜੀ। ਕੁਲਵੰਤ ਸਿੰਘ ਸੰਧੂ ਜੀ, ਸੰਧੂ ਸਾਹਿਬ ਤੁਸੀਂ ਫੈਸਲਾ ਲਿਆ, ਜੇਕਰ ਜਿਸ ਤਰ੍ਹਾਂ ਤੁਸੀਂ ਦੱਸਿਆ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨਹੀਂ ਤੁਹਾਡੀ ਗੱਲ ਮੰਨਦੇ, ਸਰਗਰਮੀਆਂ ਜਾਰੀ ਰੱਖਦੇ ਤਾਂ ਫਿਰ ਕੀ ਫੈਸਲਾ ਹੋਊਗਾ? ਉੱਚੀ ਤੁਸੀਂ ਇਹ ਮੰਨ ਕੇ ਚੱਲੋ, ਅਸੀਂ ਇਹ ਕਿਹਾ ਵੀ ਜਿਹੜਾ ਰੈਲੀਆਂ ਕਰਨੋਂ ਨਹੀਂ ਹਟੂਗਾ ਉਹ ਮੋਰਚੇ ਦਾ ਵਿਰੋਧੀ ਹੋਊਗਾ। ਉਹ ਤੋਂ ਭਾਵ ਕੀ ਲੈਂਦੇ ਆ, ਉਹਨਾਂ ਨੂੰ ਸਾਡੀ ਵੋਟ ਦਾ ਵੀ ਫਿਕਰ ਆ। ਕੋਈ ਪਾਰਟੀ ਇੰਨੀ ਮੂਰਖ ਨਹੀਂ ਹੋਊਗੀ ਵੀ ਸਾਡੇ ਵਿਰੋਧ ਤੋਂ ਬਾਅਦ ਕਰੂਗੀ ਰੈਲੀ। ਨਹੀਂ ਜੇ ਜਾਂਦੇ ਆ ਤਾਂ ਫਿਰ ਲੋਕ ਫਿਰ ਦੁਬਾਰਾ ਮੀਟਿੰਗ ਕਰਕੇ ਵਿਚਾਰ ਹੋਰ ਫੇਰ ਕੀ ਹੁੰਦਾ। ਅਸੀਂ ਸਵਾਲ ਪੁੱਛਾਂਗੇ, ਉਹਨਾਂ ਨੂੰ ਸਵਾਲ ਪੁੱਛਿਆ ਰਾਏ ਗਿਆ ਜੀ, ਪਰ ਸਾਨੂੰ ਇੰਨਾ ਵਿਸ਼ਵਾਸ ਆ ਵੀ ਕਿਸਾਨ ਮੋਰਚੇ ਦੇ ਖਿਲਾਫ ਜਾ ਕੇ ਨਹੀਂ ਕਰ ਸਕਦੇ ਜੀ। ਤੁਹਾਨੂੰ ਆਸ ਹੈ ਕਿ ਦੋਨੇ ਪਾਰਟੀਆਂ ਪੱਕੀ ਗਰੰਟੀ। ਪਰ ਇੱਥੇ ਅਕਾਲੀ ਦਲ ਦੇ ਲੀਡਰ ਇਹ ਕਹਿ ਰਹੇ ਸੀਗੇ ਮਹੇਸ਼ ਸ਼ੰਕਰ ਗਰੇਵਾਲ ਦੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸੌਫਟ ਕਾਰਨਰ ਆ, ਕਿਸਾਨ ਮੋਰਚੇ ਦਾ ਸਿਰਫ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ। ਬਿਲਕੁਲ ਗੱਲ ਕਰ ਰਹੇ ਆ, ਅਸੀਂ ਆਪ ਵਾਲੇ ਵੀ ਰੋਕੇ ਜਿੱਥੇ ਕਿਤੇ ਗਏ ਆ, ਕਾਂਗਰਸ ਵਾਲੇ ਵੀ ਰੋਕੇ ਆ ਤੇ ਅਕਾਲੀ ਵੀ ਰੋਕੇ ਆ। ਜੇ ਅਕਾਲੀਆਂ ਦਾ ਲੀਡਰ ਇਹ ਕਹਿੰਦਾ ਸ਼ਾਦੀ ਢਿੱਲੋਂ ਵਰਗੇ ਗੁੰਡੇ ਆ, ਤੇ ਜੇ ਉਹ ਸੁਖਬੀਰ ਬਾਦਲ ਕਹਿੰਦਾ ਕਿ ਜੇ ਮੈਂ ਛੁੱਟੀ ਦੇਤੀ ਤੇ ਲੱਭਣੇ ਨਹੀਂ, ਫਿਰ ਉਹਨਾਂ ਵਿਰੋਧ ਵਧੂ ਨਹੀਂ। ਉਹਨਾਂ ਨੂੰ ਵੀ ਜ਼ਬਾਨ ਦੇ ਕੰਟਰੋਲ ਰੱਖਣਾ ਚਾਹੀਦਾ। ਉਹ ਗਲਤੀ ਮੰਨ ਕੇ ਪੁੱਛਾਂਗੇ ਅਸੀਂ। ਸਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸਾਨ ਮੋਰਚੇ ਨੇ ਅੱਜ ਆਪਣੀ ਥਾਂ ਲਈ ਜਿਹੜਾ ਹੁਣ ਅਕਾਲੀ ਦਲ ਦਾ ਸੀ ਉਹ ਕਹਿੰਦੇ ਸੀ ਆਪਣੇ ਕੋਰ ਕਮੇਟੀ ਤੋਂ ਪੁੱਛ ਕੇ ਦੱਸਾਂਗੇ, ਕਾਂਗਰਸ ਦੇ ਵੀ ਬਾਕੀਆਂ ਨੇ ਹਾਮੀ ਭਰੀਆਂ ਨੇ, ਜਿਵੇਂ ਵੀ ਤੁਸੀਂ ਉਪਾਅ ਕਰੋਗੇ ਉਦਾਂ ਹੀ ਲੱਗਦਾ। ਜੇਕਰ ਮੰਨ ਲਓ ਪਾਰਟੀਆਂ ਨਹੀਂ ਮੰਨਦੀਆਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਅੱਜ ਐਲਾਨ ਕੀਤਾ ਗਿਆ ਹੈ ਕਿ ਚੋਣ ਪ੍ਰਚਾਰ ਨਹੀਂ ਕੀਤਾ ਜਾਣਾ ਚਾਹੀਦਾ, ਤਾਂ ਅਗਲੀ ਕਾਲ ਕੀ ਹੋਊ ਸੰਯੁਕਤ ਕਿਸਾਨ? ਅੱਜ ਹੀ ਅਸੀਂ ਕਾਲ ਕਰਤੀ ਹੈ, ਜਿਹੜਾ ਵੀ ਇਸ ਪ੍ਰਚਾਰ ਨਹੀਂ ਕਰੂਗਾ ਉਹ ਆਪਣੇ ਇਸ ਕਿਸਾਨ ਜਿਹੜੀ ਲੜਾਈ ਲੜੀ ਜਾ ਰਹੀ ਆ ਉਹਦੇ ਵਿਰੁੱਧ
ਵਿਰੋਧੀ ਹੋ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਜੋ ਸਾਡਾ ਕੋਲ ਨਹੀਂ ਮੰਨੂਗਾ ਕਿਸਾਨਾਂ ਨਾਲ ਅੱਜ ਸਿਆਸੀ ਪਾਰਟੀਆਂ ਦੇ ਕਾਦੀਆਂ ਸਾਹਿਬ ਪਹਿਲਾਂ ਇਹ ਦੱਸੋ ਵੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਬਾਹਰ ਆ ਕੇ ਇਹ ਕਹਿੰਦੇ ਨੇ ਵੀ ਸਾਡਾ ਅਧਿਕਾਰ ਆ ਪ੍ਰਚਾਰ ਕਰਨਾ, ਸਾਨੂੰ ਕੋਈ ਰੋਕ ਨਹੀਂ ਸਕਦਾ, ਅਸੀਂ ਆਪਣੀ ਮਰਜ਼ੀ ਨਾਲ ਕਰਨਾ ਹੈ। ਫਿਰ ਇਸ ਮੀਟਿੰਗ ਦਾ ਵਜੂਦ ਕੀ ਹੈ? ਇਸ ਮੀਟਿੰਗ ਦਾ ਵਜੂਦ ਇਹ ਹੈ ਜਦੋਂ ਅਕਾਲੀ ਦਲ ਆਪਣੇ ਪ੍ਰਚਾਰ ਕਰਨ ਲਈ ਗਿਆ ਸੀ ਉਦੋਂ ਡਟਵਾ ਵਿਰੋਧ ਹੋਇਆ। ਕਦੀ ਉਹਨਾਂ ਨੇ ਪੋਲੀਟੀਕਲ ਪਾਰਟੀ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਏ, ਕਦੀ ਕਿਸਾਨ ਜਥੇਬੰਦੀ ਦੇ ਲਾਏ। ਤਾਂ ਉਹ ਇਸ ਤਰ੍ਹਾਂ ਸ਼ੋਅ ਕਰਨਾ ਚਾਹੁੰਦੇ ਸੀ ਵੀ ਜੇ ਇਹੋ ਜਿਹੇ ਹਾਲਾਤ ਰਹਿਣਗੇ ਪੰਜਾਬ ਦੇ ਤੇ ਸਾਨੂੰ ਐਸਕੇਐਮ ਵੱਲੋਂ ਜੇ ਬੈਠੇ ਜਿਹੜੇ ਪ੍ਰਮੁੱਖ ਭਗਵਤੀ ਜਥੇਬੰਦੀਆਂ ਆਪਣੇ ਪੰਜਾਬ ਦੀ ਹੈਗੀਆਂ ਨੂੰ ਐਂ ਲੱਗਿਆ ਵੀ ਇਹ ਸਾਡੇ ਜਿਵੇਂ ਪਾਲਣਗੇ ਜੇ ਕੱਲ੍ਹ ਨੂੰ ਰਾਸ਼ਟਰਪਤੀ ਰਾਜ ਆਉਂਦਾ। ਅਸੀਂ ਡੈਮੋਕ੍ਰੇਸੀ ਦੇ ਹੱਕ 'ਚ ਬੰਦੇ ਆ, ਅਸੀਂ ਡੈਮੋਕ੍ਰੇਸੀ ਚਾਹੁੰਦੇ ਆ, ਡੈਮੋਕ੍ਰੇਸੀ ਸਰਵਾਈਵ ਰਹਿਣੀ ਚਾਹੀਦੀ ਹੈ, ਰਾਸ਼ਟਰਪਤੀ ਰਾਜ ਨਹੀਂ ਲੱਗਣਾ ਚਾਹੀਦਾ। ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਸੀ। ਦਿਨੋਂ ਦਿਨ ਅੱਗੇ ਜਿਵੇਂ ਜਿਵੇਂ ਰੈਲੀਆਂ ਕੀਤੀਆਂ ਉਦਾਂ ਹੀ ਉਹਦਾ ਇਹਨੂੰ ਨੈਗੇਟਿਵ ਅਪਰੋਚ ਆਉਂਦਾ ਰਿਹਾ। ਉਹਨਾਂ ਨੇ ਆਪਣੀਆਂ ਰੈਲੀਆਂ ਰੋਕੀਆਂ ਵੀ ਅਕਾਲੀ ਦਲ ਨੇ ਤੇ 6 ਦਿਨ ਲਈ ਪੈਂਡਿੰਗ ਪਾਈਆਂ। ਉਹਨੇ ਲਿਖਤੀ ਸਾਨੂੰ ਚਿੱਠੀ ਲਿਖੀ ਤਾਂ ਉਸ ਤੋਂ ਬਾਅਦ ਸਾਡੇ ਮੀਟਿੰਗ ਵਿਚਾਰ ਹੋਇਆ ਵੀ ਇੱਕ ਪਾਰਟੀ ਨਹੀਂ, ਆਪਾਂ ਸਾਰੀਆਂ ਪਾਰਟੀਆਂ ਨੂੰ ਬਰਾਬਰ ਇੱਕ ਤਰ੍ਹਾਂ ਟ੍ਰੀਟ ਕਰੀਏ ਤੇ ਸਾਰਿਆਂ ਨੂੰ ਮਿਲਿਆ ਜਾਵੇ। ਪਰ ਇਲਜ਼ਾਮ ਤੁਹਾਡੇ ਤੇ ਇਹੀ ਹੈ ਨਾ ਅਕਾਲੀ ਦਲ ਨੂੰ ਵਿਰੋਧੀ ਧਿਰ ਨੂੰ ਤੁਸੀਂ ਵਿਰੋਧ ਕਰਦੇ ਹੋ, ਬਾਕੀਆਂ ਜਿਹੜੇ ਸੱਤਾਧਾਰ ਪਾਰਟੀ ਉਹਦੇ ਪੱਖਪਾਤ ਦੇ ਵਿੱਚ ਉਹਦੇ ਪੱਖ 'ਚ ਬੋਲਦੇ ਆ, ਉਹਨਾਂ ਬਾਰੇ ਬੋਲਦੇ ਨੇ। ਖੇਮਕਰਨ ਦੀ ਰੈਲੀ ਉਹਦੇ ਬਾਰੇ ਨਹੀਂ ਬੋਲੇ। ਖੇਮਕਰਨ ਦੀ ਰੈਲੀ ਦਾ ਇੱਥੇ ਅੱਜ ਪੀਸੀ ਦੇ ਵਿੱਚ ਖਿਆਲ ਆਇਆ ਜਿੱਥੇ ਵੀ ਗਏ ਆ ਲੀਡਰ ਉੱਥੇ ਹੀ ਵਿਰੋਧ ਹੋ ਰਿਹਾ ਕਿਉਂਕਿ ਆਮ ਲੋਕਾਂ ਦਾ ਜਿਹੜੀ ਗਰਾਊਂਡ ਲੈਵਲ ਦੇਖੋ ਉਹ ਸਿਆਸਤ ਪੱਖੀ ਨਹੀਂ ਹੈ ਕਿ ਸਿਆਸੀ ਪਾਰਟੀਆਂ ਨੂੰ ਜਾਂ ਸਿਆਸੀ ਲੋਕਾਂ ਨੂੰ ਪਸੰਦ ਨਹੀਂ ਕਰ ਰਹੇ। ਪਿਛਲੇ 75 ਸਾਲ ਦਾ ਜਿਹੜਾ ਇਹਨਾਂ ਨੇ ਹਾਲ ਕੀਤਾ ਹੋਇਆ ਉਹ ਸਿਆਸਤ ਗਿਰਾਵਟ ਆਈ ਹੋਈ ਆ। ਉਹੀ ਇਹਨਾਂ ਨੂੰ ਅੱਜ ਸਾਡੇ ਵਿਚਾਰ ਕੀਤੇ ਗਏ, ਦੇਸ਼ ਨਹੀਂ ਵਿਚਾਰ ਕੀਤੇ ਗਏ ਵੀ ਸਿਆਸਤ ਦਾ ਆਪਾਂ ਲੈਵਲ ਵਧਾਈਏ ਵੀ ਆਪਾਂ ਲੋਕ ਤੁਹਾਨੂੰ ਪਸੰਦ ਕਰਨੇ। ਅੱਜ ਲੋਕ ਤੁਹਾਨੂੰ ਪਸੰਦ ਨਹੀਂ ਕਰ ਰਹੇ ਤਾਂ ਤੁਹਾਨੂੰ ਇਹ ਸਹਿਣਾ ਪੈ ਰਿਹਾ। ਤੁਸੀਂ ਮੰਨਦੇ ਹੋ ਵੀ ਜਿਹੜੇ ਵਿਰੋਧ ਕਰਦੇ ਨੇ ਰੈਲੀਆਂ ਜਾ ਕੇ ਉਹ ਕਿਸਾਨ ਨੇ, ਹਾਲਾਂਕਿ ਫੋਟੋਆਂ ਦਿਖਾ ਕੇ ਨਸ਼ਰ ਕੀਤਾ ਜਾ ਚੁੱਕਿਆ ਵੀ ਫਲਾਨੀ ਪਾਰਟੀ ਤੋਂ ਕੋਈ ਫਲਾਨੀ ਪਾਰਟੀ ਤੋਂ। ਦੇਖੋ ਕਿਸਾਨ ਹਰ ਪਾਰਟੀ 'ਚ ਹੁੰਦਾ, ਕੋਈ ਅਕਾਲੀ ਦਲ ਆ, ਕੋਈ ਆਪ ਆ, ਕੋਈ ਕਾਂਗਰਸ ਆ, ਕੋਈ ਕਮਿਊਨਿਸਟ ਆ। ਤੇ ਅੱਜ ਅਸੀਂ 32 ਜਥੇਬੰਦੀਆਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਮਿਨੀਮਮ ਪ੍ਰੋਗਰਾਮ ਇਕੱਠੀਆਂ ਹੋਈਆਂ। ਡਾਇਲੋਜੀ ਤਾਂ ਸਾਡੀ ਵੀ ਅਲੱਗ-ਅਲੱਗ ਸੀ ਪਰ ਮਿਨੀਮਮ ਪ੍ਰੋਗਰਾਮ ਇਕੱਠੀਆਂ ਹੋਈਆਂ 3 ਲਾਅ ਦੇ ਤੇ ਐਮਐਸਪੀ ਦੇ ਉੱਤੇ। ਤਾਂ ਜੇ ਤੁਸੀਂ ਉਹ ਫੋਟੋਆਂ ਦਿਖਾ ਰਹੇ ਹੋ ਜੇ ਕੋਈ ਆਪ 'ਚ ਆ, ਜੇ ਕੋਈ ਕਾਂਗਰਸ 'ਚ ਆ ਜਾਂ ਕੋਈ ਅਕਾਲੀ ਦਲ 'ਚ ਆ, ਉਹ ਅੱਜ ਕਿਸਾਨ ਤੌਰ ਤੇ ਲੜ ਰਿਹਾ। ਪਿਛਲੇ 10 ਮਹੀਨੇ ਤੋਂ ਉੱਪਰ ਆਪਾਂ ਦਿੱਲੀ ਬਾਰਡਰ ਤੇ ਨੇੜੇ ਹੋ ਗਏ, 2-2.5 ਮਹੀਨੇ ਹੋ ਰਹੇ ਹੋ ਗਏ। ਅਸੀਂ ਅੱਜ ਕਿਸਾਨ ਤੌਰ ਤੇ ਉੱਤੇ ਪ੍ਰਗਟ ਹੋਏ ਆ। ਜਿਹੜੇ ਲੋਕ ਉੱਥੇ ਜਾ ਕੇ ਸਿੰਘੂ ਤੇ ਜਾਂ ਟਿਕਰੀ ਤੇ ਗਏ ਨੇ ਉਹ ਕਿਸਾਨ ਤੌਰ ਤੇ ਗਏ, ਆਪਣੀ ਕਿਸਾਨੀ ਲੜਾਈ ਪਿੱਛੇ ਗਏ ਨੇ। ਕੋਈ ਰਾਜਨੀਤੀ ਬਹੁਤ ਛੋਟਾ ਲਾਲਚ ਆ, 5 ਸਾਲ ਦੀ ਰਾਜ ਵਾਸਤੇ ਲਾਲਚ ਆ। ਜਿਹੜੇ ਲਾਅ ਨੇ ਉਹ ਲੰਬੀ ਗੱਲ ਆ ਸਾਡੀ ਜ਼ਮੀਨਾਂ ਦੀ, ਸਾਡੀ ਫਸਲਾਂ ਦੀ, ਸਾਡੀ ਅਗਲੀ ਨਸਲਾਂ ਦੀ, ਸਾਡੀ ਸੋਸ਼ਲ ਸਿਸਟਮ ਦੀ, ਸਾਡੀ ਇਕਨੋਮਿਕਲ ਸਿਸਟਮ ਦੀ ਉਹ ਵਰਕ ਪਾਉਂਦੀ ਹੈ। ਇਸ ਕਰਕੇ ਸਾਡਾ ਉਹਦੇ ਤੇ ਗੌਰ ਜ਼ਿਆਦਾ। ਇਹ ਜਿਹੜੇ ਇਲਜ਼ਾਮ ਲਾਉਣੇ ਵੀ ਕੋਈ ਕਾਂਗਰਸੀ ਆ ਜਾਂ ਕੋਈ ਅਕਾਲੀ ਆ ਜੋ ਕਿ ਆਪ ਇਹ ਫੋਟੋਆਂ ਦਿਖਾਉਣੀਆਂ, ਇਹ ਮੈਂ ਵਾਜਬ ਨਹੀਂ ਸਮਝਿਆ ਕਿਉਂਕਿ ਸਾਰੇ ਜਿਹੜੇ ਕਿਸਾਨ ਨੇ ਉਹ ਐਸਕੇਐਮ ਦੇ ਨਾਲ ਨੇ ਤੇ ਇਹ ਜਿਹੜੀਆਂ 3 ਕਾਨੂੰਨ ਨੂੰ ਕਾਲੇ ਕਾਨੂੰਨ ਕਹਿੰਦੇ ਨੇ ਤੇ ਮਾਫ ਕਰਾਉਣਾ ਚਾਹੀਦਾ। ਕੋਈ ਇਹੋ ਜਿਹੀ ਕੋਈ ਡਿਊਟੀ ਲਾ ਰਹੇ ਹੋ ਪਾਰਟੀਆਂ ਦੀ ਕਿ ਆਪਣਾ ਕੇਡਰ ਉੱਥੇ ਭੇਜਿਆ ਜਾਵੇ? ਹਾਲਾਂਕਿ ਪਾਰਟੀਆਂ ਤਾਂ ਕਹਿੰਦੀਆਂ ਨੇ ਤਿਆਰ ਬੈਠੇ ਸਾਡਾ 1000 ਬੰਦਾ ਕਹਿਣਾ ਸੀ 1000 ਰੁਪਏ ਦਾਂਗੇ, 5000 ਕਹਿਣਾ ਸੀ 5000 ਰੁਪਏ ਦਾਂਗੇ। ਅਸੀਂ ਕਹਿਤਾ ਵੀ ਤੁਸੀਂ ਇਕੱਠੇ ਹੋ ਕੇ ਜਿਵੇਂ ਅਸੀਂ 32 ਜਥੇਬੰਦੀਆਂ ਇਕੱਠੀਆਂ ਹੋਣਗੀਆਂ, ਪੋਲੀਟੀਕਲ ਪਾਰਟੀਆਂ ਇਕੱਠੇ ਹੋ ਕੇ ਮੋਦੀ ਦੇ ਸਾਹਮਣੇ ਬੈਠੋ, ਪਾਰਲੀਮੈਂਟ ਦੇ ਸਾਹਮਣੇ ਬੈਠੋ, ਜਿੰਨੇ 117 ਐਮਐਲਏ ਉਹ ਸਾਰੇ ਬੈਠੋ, ਜਿੰਨੇ 13 ਐਮਪੀ ਨੇ ਉਹ ਬੈਠੋ, 7 ਜਿਹੜੇ ਰਾਜ ਸਭਾ ਮੈਂਬਰ ਆ ਸਾਰੇ ਬੈਠੋ ਕਿਉਂਕਿ ਪੰਜਾਬ ਦੀ ਆਵਾਜ਼ ਉਠਾਉਣੀ ਆ ਤੇ ਤੁਹਾਨੂੰ ਆਪ ਪੰਜਾਬੀਆਂ ਨੂੰ ਉੱਠਣਾ ਪੈਣਾ। ਇਹ ਚੁਣੇ ਹੋਏ ਨੁਮਾਇੰਦੇ ਨੇ ਪੰਜਾਬੀਆਂ ਦੇ, ਇਹ ਰਿਪਰੈਜ਼ੈਂਟ ਕਰਦੇ ਇੱਕ ਸੀਟ ਨੂੰ। ਜੇ ਇਹ ਜਾ ਕੇ ਵੀ ਬੈਠਦੇ ਆ ਤਾਂ ਵੀ ਇਹਨਾਂ ਦੇ ਮਗਰ ਜੇ ਕੋਈ ਮਾੜਾ ਐਮਐਲਏ ਵੀ ਆ ਉਹ 2000 ਬੰਦਾ ਆਰਾਮ ਨਾਲ ਲੈ ਕੇ ਜਾ ਸਕਦਾ ਤੇ ਆਪਣੇ 2-2000 ਬੰਦੇ ਨਾਲ ਲੱਖਾਂ ਬੰਦੇ ਉੱਥੇ ਪਹੁੰਚ ਜਾਣ, ਆਪ ਹੀ ਆਪਣਾ ਮਸਲਾ ਹੱਲ ਹੋ ਜੂ। ਇਹਨਾਂ ਨੇ ਆਪ ਦਾ ਇਹ ਗੱਲ ਸੋਚਿਆ ਨਹੀਂ ਗਿਆ। ਤੁਹਾਨੂੰ ਲੱਗਦਾ ਥੋਪ ਰਹੇ ਹੋ ਵੈਸੇ ਫੈਸਲਾ ਥੋਪ ਰਹੇ ਹੋ ਲੋਕਾਂ ਦੇ ਜਾਂ ਅਸੀਂ ਫੈਸਲਾ ਥੋਪ ਨਹੀਂ ਰਹੇ। ਇਹ ਫੈਸਲਾ ਆਪਣੇ ਪੰਜਾਬ ਵਾਸਤੇ, ਪੰਜਾਬ ਦੀ ਸ਼ਾਂਤੀ ਵਾਸਤੇ ਕੀਤਾ ਗਿਆ।